अस्सलाम वालेकुम। मैं तुहाडा लक्की भाई अपनी हयाती चैनल तो तुहाडे नाल गल कर रहा। गल ये कर रहा कि साड़ी ना एक भरजाई विआह के लिया आंदी, यानी कि खाला दे मुंडे दा विआह कर दिता ते घर चों वड्डी सी ते सारिਆਂ ਨੂੰ बड़ा शौक चाऽ ते गली महल्ले वाले पहले पुराने वक्तां दी गल करदे ना, पहले वक्तां दी ते यानी कि अज तो काफ़ी अरसा पहले दी गली महल्ले वालों बड़ा चाऽ हुंदा, लाड़ हुंदे जी, लो जी फलाने दी नूंह आई है ते कदी कोई आया, कदी कोई आया, कदी कोई आया। ਉਹਨੂੰ ਮਿਲਣ ਆਉਂਦੇ ਰਹਿਣਾ, ਹਰ ਇੱਕ ਨੇ ਉਹਨੂੰ ਆਣ ਕੇ ਸਤਾਉਂਦੇ ਰਹਿਣਾ। ਦੁਪਹਿਰ ਨੂੰ ਵੀ ਉਹਨੂੰ ਵਿਚਾਰੀ ਨੂੰ ਟਾਈਮ ਨਾ ਮਿਲਣਾ ਕਿ ਦੁਪਹਿਰ ਨੂੰ ਵੀ ਆਣ ਕੇ ਉਹਦੇ ਕੋਲ ਮਹੱਲੇ ਦੀਆਂ ਕੁੜੀਆਂ ਬੁੜੀਆਂ ਆਣ ਕੇ ਬੈਠੀਆਂ ਤੇ ਕਮਰੇ ਕਿਉਂਕਿ ਹਰ ਇੱਕ ਦੇ ਹੁੰਦੇ ਤੇ ਉਹਨਾਂ ਕਿਹਾ ਕਿ ਚਲੋ ਉਹਦੇ ਕੋਲ ਬਹਿ ਜਾਂਦੇ, ਉਹਦੇ ਕੋਲ ਬੈਠਾ ਰਹਿਣਾ। ਉਹ ਨਾ ਕਰਦੇ ਘਰੋਂ ਦੇ ਉਹਦੀ ਤਬੀਅਤ ਥੋੜੀ ਜਿਹੀ ਡਾਊਨ ਰਹਿਣ ਲੱਗ ਪਈ ਨਾ, ਵਕਤ ਦੇ ਨਾਲ ਥੋੜੀ ਜਿਹਾ ਨਾ ਥੋੜੀ ਤਬੀਅਤ ਡਾਊਨ ਰਹਿਣ ਲੱਗ ਪਈ ਤੇ ਡਾਕਟਰ ਨੇ ਕਿਹਾ ਕਿ ਥੋੜੀ ਦੇਰ ਨਾਲ ਰੈਸਟ ਕਰੋ। ਰੈਸਟ ਇਹ ਕਰੋ ਕਿ ਥੋੜੀ ਰੈਸਟ ਕਰੋਗੇ, ਰੈਸਟ ਦਾ ਮਤਲਬ ਹੁੰਦਾ ਕਿ ਆਰਾਮ ਕਰਨਾ, ਕਿ ਥੋੜ੍ਹਾ ਸੌਵੋ ਦੁਪਹਿਰ ਨੂੰ ਰੈਸਟ ਕਰੋ ਤੇ ਸੈੱਟ ਹੋ ਜਾਓ। ਬਲੱਡ ਪ੍ਰੈਸ਼ਰ ਦਾ ਥੋੜ੍ਹਾ ਜਿਹਾ ਮਸਲਾ ਬਣ ਗਿਆ ਸੀ ਤੇ ਉਹ ਹੁਣ ਉਹਨੇ ਨਾ ਆਪਣੇ ਬੰਦੇ ਨਾਲ ਗੱਲ ਸ਼ੇਅਰ ਕੀਤੀ ਕਿ ਹੁਣ ਕਿ ਮੈਨੂੰ ਤਾਂ ਡਾਕਟਰ ਨੇ ਕਿਹਾ ਕਿ ਥੋੜ੍ਹਾ ਜਿਹਾ ਆਰਾਮ ਕਰੇਗਾ ਦੁਪਹਿਰ ਨੂੰ, ਤੇ ਹੁਣ ਤਾਂ ਕਦੀ ਹਮਸਾਈਆ ਆ ਜਾਂਦੀ ਹੈ ਤੇ ਕਦੀ ਉਹ ਆ ਜਾਂਦੀ, ਕਦੀ ਇੱਧਰ ਆ ਜਾਂਦੀ। ਉਹ ਆਉਂਦੀਆਂ ਜ਼ਾਹਰੀ ਗੱਲ ਉਹਨਾਂ ਨੇ ਆਉਣਾ ਵੀ ਉਹਦੇ ਕੋਲ ਹੁੰਦਾ ਕਿ ਜਿਹਦੇ ਕੋਲ ਨਾ ਜਿੰਨਾ ਉਹਦਾ ਦਿਲ ਭੇਜਦਾ ਹੋਵੇ। ਹਰ ਕਿਸੇ ਕੋਲ ਜਾ ਕੇ ਕੋਈ ਬਹਿੰਦਾ ਨਹੀਂ ਹੁੰਦਾ ਤੇ ਉਹਨੇ ਕਿਹਾ ਕਿ ਅੱਛਾ, ਤੇ ਇਹਦਾ ਹੁਣ ਮੈਂ ਉਹਨਾਂ ਨੂੰ ਜਵਾਬ ਨਹੀਂ ਦੇ ਸਕਦੀ। ਖਾਨਦਾਨੀ ਔਰਤਾਂ ਇਹ ਹੁੰਦੀਆਂ ਕਿ ਮੂੰਹ ਨਹੀਂ ਕਹਿ ਸਕਦੇ ਕਿ ਨਾ ਤੁਸੀਂ ਮੇਰੇ ਕੋਲ ਨਾ ਆਇਆ ਕਰੋ। ਤੇ ਭਾਈ ਮੇਰੇ ਨੇ ਕਿਹਾ ਅੱਛਾ ਇਹਦਾ ਵੀ ਕੋਈ ਹਿਸਾਬ ਲਾਉਂਦੇ ਆ। ਉਹਨੇ ਉਹਨੂੰ ਕਿਹਾ ਕਿ ਗੱਲ ਹੈਗੀ ਇੱਦਾਂ ਕਿ ਤੂੰ ਨਾ ਇੱਦਾਂ ਕਰੀ ਕਿ ਜਦੋਂ ਆਪਣਾ ਕੰਮ-ਕੁਮ ਕਰ ਲੈ, ਕੰਮ-ਕੁਮ ਕਰਨ ਤੋਂ ਬਾਅਦ ਤੂੰ ਇਸ ਤਰ੍ਹਾਂ ਕਰੀ ਕਿ ਦਰਵਾਜ਼ੇ ਦੇ ਅੱਗੇ ਨਾ ਜੁੱਤੀ ਮੇਰੀ ਜਿਹੜੀ ਨਾ ਉਹ ਰੱਖ ਦੇਣੀ ਆ ਤੇ ਆਪਣੀ ਜੁੱਤੀ ਵੀ ਦਰਵਾਜ਼ੇ ਅੱਗੇ ਰੱਖ ਦੇਣੀ ਆ ਤੇ ਪਰਦਾ ਕਮਰੇ ਦਾ ਥੱਲੇ ਨੂੰ ਕਰ ਦੇਣਾ ਤੇ ਜਦੋਂ ਕੋਈ ਆਊ ਤੇ ਫੇਰ ਗੱਲ ਕਰੀ। ਅੱਛਾ ਉਹੀ ਗੱਲ ਕੀਤੀ ਉਹਨੇ, ਮਤਲਬ ਕਿ 10-11 ਵਜੇ ਤੱਕ ਜਿਹੜਾ ਕੰਮ ਕੀਤਾ। ਜੋ ਰੈਸਟ ਦਾ ਟਾਈਮ ਆਇਆ ਉਹਨੇ ਇਹ ਕੀਤਾ ਕਿ ਆਪਣੇ ਬੰਦੇ ਦੀ ਜੁੱਤੀ ਚੁੱਕ ਕੇ ਦਰਵਾਜ਼ੇ ਦੇ ਅੱਗੇ ਬਾਹਰ ਰੱਖ ਦਿੱਤੀ ਤੇ ਆਪਣੀ ਜੁੱਤੀ ਵੀ ਉਹਨੇ ਬਾਹਰ ਰੱਖ ਦਿੱਤੀ। ਅੱਛਾ ਹੁਣ ਉਹ ਜਿੱਦਾਂ ਗਲੀ ਮਹੱਲੇ ਵਾਲੀਆਂ ਆਈਆਂ ਆਣ ਕੇ ਜਿੱਦਾਂ ਹੁਣ ਬੈਠੀਆਂ ਬਾਜੀ ਕੀ ਹਾਲ ਚਾਲ, ਉੱਦਾਂ ਨਾ ਦੇਖਿਆ ਕਮਰੇ ਵੱਲ ਨੂੰ, ਦਰਵਾਜ਼ੇ ਦਾ ਪਰਦਾ ਥੱਲੇ ਨੂੰ ਆ ਤੇ ਬਾਹਰ ਜੁੱਤੀ ਪਈ ਆ ਤੇ ਭਾਈ ਦੀ ਵੀ ਜੁੱਤੀ ਪਈ ਆ। ਕਿਸੇ ਨੇ ਵੀ ਹਿੰਮਤ ਨਹੀਂ ਕੀਤੀ ਜਾ ਕੇ ਨਾ ਕਮਰੇ 'ਚ ਜਾ ਕੇ ਚੱਲ ਜਾਏ। ਅੱਛਾ ਉਹ ਇੱਕ ਦਿਨ ਲੰਘਿਆ ਇੱਦਾਂ ਹੀ, 2 ਦਿਨ ਲੰਘਿਆ, 4 ਦਿਨ ਲੰਘਿਆ, ਕਿਉਂਕਿ ਇੱਕ ਦੂਸਰੇ ਕੋਲ ਪੁੱਛਣੇ ਉੱਦਾਂ ਹੀ ਉੱਠਣਾ ਤੇ ਉੱਠ ਕੇ ਉਹਦੇ ਕੋਲ ਚਲੇ ਗਏ ਤਾਂ ਉਹਦੇ ਕੋਲ ਚਲੇ ਗਏ। ਗਲੀ ਮਹੱਲੇ ਦਾ ਪਹਿਲੇ ਇੱਦਾਂ ਹੀ ਹੁੰਦਾ ਨਾ ਕਿ ਜਿੱਦਾਂ ਮਰਜ਼ੀ ਆਉਂਦੇ ਜਾਂਦੇ ਹੁੰਦੇ ਸੀ ਗਲੀ ਮਹੱਲੇ ਵਾਲੇ। ਤੇ ਉਹਨਾਂ ਨੇ ਦੇਖਿਆ ਉਹਨਾਂ ਨੇ ਮਤਲਬ ਕਿ ਕੋਈ ਵੀ ਨਾ ਆਇਆ ਉਹਦੇ ਕੋਲ। ਤੇ ਇੱਕ ਦਿਨ ਲੰਘ ਗਿਆ, 2 ਦਿਨ ਲੰਘ ਗਿਆ, 8-10 ਦਿਨ ਲੰਘ ਗਏ। ਜਦੋਂ ਉਹਨੇ ਕਿਹਾ ਉਹਦੇ ਬੰਦੇ ਨੇ ਉਹਨੂੰ ਪੁੱਛਿਆ ਕਿ ਹਾਂ ਵੀ ਭਲੀਏ ਲੋਕੇ ਕਿੱਦਾਂ ਹੁਣ। ਉਹਨੇ ਕਿਹਾ ਨਹੀਂ ਮੈਨੂੰ ਤਾਂ ਬੜਾ ਸਕੂਨ ਹੋਇਆ ਕਿ ਮੁੜ ਕੇ ਕੋਈ ਵੀ ਨਹੀਂ ਆਇਆ ਤੇ ਮੈਂ ਕਿਸੇ ਨੂੰ ਕਿਹਾ ਵੀ ਕੁਛ ਨਹੀਂ। ਉਹਨੇ ਕਿਹਾ ਹਾਂ ਹੁਣ ਤੇਰੀ ਰੈਸਟ ਪੂਰੀ ਹੋ ਗਈ। ਉਹਨੇ ਕਿਹਾ ਹੋ ਗਈ। ਉਹਨੇ ਕਿਹਾ ਹੁਣ ਅੱਜ ਤੋਂ ਬਾਅਦ ਜੁੱਤੀ ਬਾਹਰ ਨਾ ਰੱਖੀ। ਉਹਨੇ ਕਿਹਾ ਠੀਕ ਹੋ ਗਿਆ। ਯਾਨੀ ਕਿ ਇੱਕ ਨਿਸ਼ਾਨੀ ਸਿਰਫ ਦਿੱਤੀ ਉਹਨੇ ਕਿ ਘਰ ਮੇਰਾ ਬੰਦਾ ਹੈਗਾ ਵਾ, ਜੁੱਤੀਆਂ ਦੀ ਬਾਹਰ ਪਈ ਹੈ ਕਮਰੇ 'ਚੋਂ ਤੇ ਉਹਦੇ ਘਰ ਕਮਰੇ 'ਚ ਕੋਈ ਨਹੀਂ ਗਿਆ। ਇਸ ਤਰ੍ਹਾਂ ਕਿਸੇ ਟਾਈਮ ਕਿਸੇ ਬੰਦੇ ਦੇ ਮੂੰਹ ਜਾਂ ਉਹਦੇ ਕੋਲ ਐਸੀ ਹਰਕਤ ਕਰਵਾਉਣੀ ਜ਼ਰੂਰਤ ਹੁੰਦੀ ਹੈ ਕਿ ਬੰਦੇ ਨੂੰ ਖੁਦ ਵੀ ਦੇਖਣਾ ਚਾਹੀਦਾ ਕਿ ਯਾਰ ਅਗਲੇ ਬੰਦੇ ਦੀ ਤਬੀਅਤ ਨਹੀਂ ਠੀਕ ਹੈਗੀ, ਉਹਨੂੰ ਰੈਸਟ ਚਾਹੀਦੀ ਹੈ, ਉਹਨੂੰ ਰੈਸਟ ਦਿਓ। ਤਾਂ ਨਾ ਕਿ ਉਹਨੂੰ ਹੋਰ ਤੰਗ ਕਰਨਾ, ਉਹਦੇ ਕੋਲ ਬੈਠੇ ਰਹਿਣਾ, ਗੱਪਾਂ ਸ਼ੱਪਾਂ ਮਾਰਦੇ ਰਹਿਣਾ ਨਾ। ਅਗਲੇ ਬੰਦੇ ਨੇ ਰੈਸਟ ਕਰਨੀ ਹੋਵੇ। ਹੁਣ ਕਈ ਬੰਦੇ ਨਹੀਂ ਕਹਿ ਸਕਦੇ ਹੁੰਦੇ ਕਿਉਂਕਿ ਰਿਸ਼ਤੇ ਐਸੇ ਹੁੰਦੇ ਆ ਆਪਸ ਦੇ ਵਿੱਚ, ਬੰਦਾ ਨਹੀਂ ਕਹਿ ਸਕਦਾ। ਯਾਰ ਬੇਲੀ ਇੰਨਾ ਅਜ਼ੀਜ਼ ਹੁੰਦਾ ਕਿ ਨਹੀਂ ਉਹਨੂੰ ਉਹਦੇ ਵੱਲ ਸਮਝ ਜਾਣਾ ਚਾਹੀਦਾ ਯਾਰ ਕਿ ਇਹਨੂੰ ਨਾ ਕਿ ਮੈਂ ਰੋਜ਼ ਰੈਸਟ ਮੰਨ ਕੇ ਤੰਗ ਕਰਨ ਦਾ ਨਹੀਂ ਕਰਨਾ ਚਾਹੀਦਾ। ਤੇ ਤੁਹਾਡੇ ਨਾਲ ਵੀ ਕੋਈ ਇੱਦਾਂ ਦਾ ਕੋਈ ਸ਼ਰਾਰਤੀ ਜਾਂ ਵਾਕਿਆ ਆਇਆ ਹੋਵੇ ਜੇ ਤੋਂ ਤੁਸੀਂ ਕਿ ਚੁੱਪ ਕੀਤੇ ਹੀ ਲਿਆ ਹੋਵੇ ਬਦਲਾ ਇੱਦਾਂ ਦਾ ਕਿ ਆਪ ਹੀ ਹੋ ਗਿਆ ਹੋਵੇ ਕੰਮ, ਦੱਸਿਓ ਜ਼ਰੂਰ। ਤੇ ਬਾਕੀ ਦੁਆ ਯਾਦ ਰੱਖਿਓ। ਬੜੀ ਮਿਹਰਬਾਨੀ। ਅੱਲਾ ਹਾਫਿਜ਼।